बिस्मिल्लाह रहमान रहीम। मेरे दोस्तों, मेरे भाइयों, ਅਸੀਂ ਅੱਜ ਸਵੇਰ ਇਹ ਐਲਾਨ ਕੀਤਾ ਸੀ ਕਿ ਅਸੀਂ ਮੁਤਾਸਰਾ ਇਲਾਕੇ ਜਾਵਾਂਗੇ। ਇਹ ਹੈਡ ਗੁਰਦਿੱਤਾ ਹੈ ਤੇ ਨਹਿਰ ਹੈ ਸਵਾਗਪਾੜਾ। ਇਹ 3 ਦਿਨ ਪਹਿਲੇ ਇੱਥੇ ਜਾਮਨਾ ਜੀ ਛੋਟਾ ਜਿਹਾ ਉਹਦਾ ਇੱਕ ਸੁਰਾਖ ਹੋਇਆ ਸੀ ਤੇ ਉਸ ਬਾਅਦ ਮੁਕਾਮੀ ਲੋਕਾਂ ਨੇ ਉਹਨੂੰ ਪੁਰ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਤਕਰੀਬਨ ਪੁਰ ਹੋ ਵੀ ਗਿਆ। ਉਸ ਤੋਂ ਬਾਅਦ ਮਹਿਕਮੇ ਵਾਲਿਆਂ ਨੂੰ ਇਤਲਾਹ ਦਿੱਤੀ, ਫੋਨ ਕੀਤਾ ਵੀ ਤੁਸੀਂ ਤਸ਼ਰੀਫ ਲੈ ਕੇ ਆਓ ਜਨਾਬ, ਤੇ ਇਹ ਜਿਹੜਾ ਨਾ ਨਹਿਰ ਅਗਰ ਟੁੱਟ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਹੈ। ਇੱਥੇ ਕਮ ਸੇ ਕਮ ਕੋਈ ਨਾ 8-10 ਗਾঁव ਨੇ ਤੇ ਔਰ ਇਹ ਜਿਹੜਾ ਇਲਾਕਾ ਹੈ ਬੜਾ ਨੀਵਾਂ ਹੈ, ਇਹ ਨੀਵਾਂ ਇਲਾਕਾ ਹੈ ਤੇ ਬਾਕੀ ਜਿਹੜਾ ਨਹਿਰ ਵਾਲਾ ਉੱਚਾ ਹੈ, ਉਹ ਸਾਰਾ ਪਾਣੀ ਨੇ ਮਾਰ ਇੱਥੇ ਕਰਨਾ ਹੈ। ਅਗਰ ਮੇਰਾ ਦੋਸਤ ਦਿਖਾਵੇ ਤੇ ਪਿੱਛੇ ਤੁਸੀਂ ਵੇਖੋ ਵੀ ਇੱਥੇ ਕਮ ਸੇ ਕਮ 8 ਤੋਂ 9 ਫੁੱਟ ਪਾਣੀ ਜਿਹੜਾ ਨਾ ਜੀ ਉਹ ਬਿਲਕੁਲ ਇੱਥੇ ਖੜਾ ਹੋਇਆ ਹੈ ਤੇ ਇਹ ਪਾਣੀ ਖੜਾ ਹੋਇਆ ਹੈ। ਤੇ ਇਧਰ ਮੱਕੀ ਦਾ ਵੀ ਹਾਲ ਵੇਖ ਲਓ, ਅੱਗੇ ਬਹੁਤ ਬੁਰਾ ਹਾਲ ਹੈ ਕਿਸਾਨਾਂ ਦਾ। ਕਿਸਾਨ ਵਿਚਾਰੇ ਬੜੀ ਮੁਸ਼ਕਲ ਨਾਲ ਆੜਤੀਆਂ ਕੋਲੋਂ ਆਦੇ ਜਾਨਾ ਜੀ ਚੈੱਕ ਦੇ ਕੇ ਤੇ ਉਹਨਾਂ ਨੇ ਵਿਚਾਰੇ ਬੀਜ ਲਿਆ, ਬੀਜ ਲਾਉਣ ਤੋਂ ਬਾਅਦ ਖਾਦ ਸਾਰੇ ਮਾਮਲਾਤ ਕੀਤੇ ਨੇ। ਤੇ ਜਦੋਂ ਫਸਲ ਬਿਲਕੁਲ ਉਹਦਾ ਹੁਣ ਦਾ 20 ਦਿਨਾਂ ਬਾਅਦ ਇਹਦੀ ਇਹ ਸੀਜ਼ਨ ਆਇਆ ਇਹਨੂੰ ਫਸਲ ਉਠਾਉਣ ਦਾ, ਤੇ ਇਹਨਾਂ ਦੀ ਗਫਲਤ ਦੀ ਵਜ੍ਹਾ ਤੋਂ ਮੈਂ ਨਾਰ ਦੀ ਗਫਲਤ ਦੀ ਵਜ੍ਹਾ ਤੋਂ ਇਹ ਜਨਾਬ ਨਾਲ ਜੀ ਸਾਰੀ ਤਬਾਹੀ ਬਰਬਾਦੀ ਕਿਸਾਨਾਂ ਦੀ ਬੋਲ ਗਈ ਹੈ। ਤੇ ਮੇਰੇ ਦੋਸਤ, ਮੇਰੇ ਭਾਈ ਮੇਰੇ ਨਾਲ ਇੱਥੇ ਮੌਜੂਦ ਨੇ ਤੇ ਅਸੀਂ ਇਹਨਾਂ ਕੋਲੋਂ ਮਜ਼ੀਦ ਪੁੱਛ ਰਹੇ ਹਾਂ ਵੀ ਇਹ ਕਿਉਂ, ਕੀ ਵਾਕਿਆ ਹੋਇਆ ਹੈ। ਇਹ ਵੇਖੋ ਨਾ ਮੀਆਂ ਸਾਹਿਬ, ਇਹ 1.5 ਲੱਖ ਰੁਪਏ ਆ ਬਿਆਨੇ ਆ ਗਏ ਨੇ, ਪਾਣੀ ਆਉਂਦਾ ਨਹੀਂ ਜੀ। ਇਹ ਵੇਖੋ ਨਾ ਹੁਣ ਆ ਬਿਆਨਾਂ ਦੀ ਜਿਹੜੀ ਆਈ ਪਈ ਹੈ, ਇਹਦੇ ਵਾਸਤੇ ਨੰਬਰਦਾਰ ਤੇ ਸਾਰੀ ਇੰਤਜ਼ਾਮੀਆ ਅਲਰਟ ਹੈ ਵੀ ਇਹਨਾਂ ਕੋਲ ਪੈਸੇ ਲਵੋ ਜੀ, ਇਹ ਜ਼ਿਮੀਂਦਾਰਾਂ ਕੋਲ ਪੈਸੇ ਲਵੋ। ਤੇ ਮੈਂ ਕਹਿੰਦਾ ਵੀ ਤੁਸੀਂ ਜ਼ਿਮੀਂਦਾਰਾਂ ਕੋਲ ਪੈਸੇ ਤੇ ਲਾਜ਼ਮੀ ਲਵੋ, ਅਸੀਂ ਤੁਹਾਨੂੰ ਦੇਣ ਨੂੰ ਵੀ ਤਿਆਰ ਹੈ। ਲੇਕਿਨ ਤੁਸੀਂ ਮੈਨੂੰ ਦੱਸੋ ਵੀ ਕਦੇ ਇਵੇਂ ਵੀ ਹੋਇਆ ਵੀ 15 ਅਪ੍ਰੈਲ ਨੂੰ ਨਹਿਰ ਜਿਹੜੀ ਹੈ ਉਹਦੇ ਪਾਣੀ ਆਣਾ ਤੇ 14 ਅਪ੍ਰੈਲ ਤੋਂ ਟੈਂਡਰ ਲਾਦੇ ਪਿਓ ਵੀ ਅਸੀਂ ਹਲ ਸਫਾਈ ਕਰਨਾ ਚਾਹੁੰਦੇ ਹਾਂ। ਮੈਂ ਦੇਖ ਕੇ ਆਇਆ ਮੇਨ ਜਿਹੜਾ ਹੈਡ ਗੁਰਦਿੱਤੇ ਦੇ ਉੱਤੇ ਜਿਹੜਾ ਜਿੱਥੋਂ ਦੂਰ ਜਾ ਰਹੇ ਨੇ ਉੱਥੇ ਟਿੱਬ ਮਿੱਟੀ ਦੇ ਚੜੇ ਪਏ ਨੇ। ਅੱਛਾ, ਹੁਣ ਉਸ ਤੋਂ ਬਾਅਦ ਵੀ ਅਗਰ ਇਹ ਕਰ ਵੀ ਲਓਗੇ ਤੇ ਪਾਣੀ ਤੱਕ ਅਗਰ ਪਾਣੀ ਦੀ ਰਸਾਈ ਤਾਂ ਹੋਣੀ ਨਹੀਂ, ਪਾਣੀ ਤੇ ਪਿੱਛੇ ਡਾਫ ਲਾਵੇਗਾ ਪਿੱਛੇ ਹੋਰ ਨੁਕਸਾਨ ਹੋਵੇਗਾ। ਅਗਰ ਨੁਕਸਾਨ ਹੋਵੇਗਾ ਤੇ ਫਿਰ ਤੁਹਾਡਾ ਤਾਂ ਜਾਣਾ ਕੁਝ ਨਹੀਂ। ਤੁਸੀਂ ਤੁਹਾਡੇ ਕੋਲ 2-2 ਕਰੋੜ ਦੀਆਂ ਗੱਡੀਆਂ ਨੇ, ਤੁਸੀਂ ਆਏ ਜੇ ਇੱਥੇ ਆ ਕੇ, ਇੱਥੇ ਐਸੀ ਸਾਹਿਬ ਆਏ ਨੇ, ਉਹ ਆ ਕੇ ਇੱਥੇ ਰਾਤ ਨੂੰ ਆਏ ਨੇ, ਉਹਨਾਂ ਨੇ ਸਾਨੂੰ ਬੁਲਾਇਆ ਤੇ ਮੇਰਾ ਭਾਈ ਵੀ ਉੱਥੇ ਮੌਜੂਦ ਸੀ। ਆਏ ਨੇ 6 ਵਜੇ ਆਏ ਨੇ ਤੇ 7 ਵਜੇ ਨੇ ਕਿਹਾ ਜੀ ਚਲਿਏ। ਸੁਬਾਹ ਆ ਕੇ 7 ਵਜੇ 7 ਫਰੈਸ਼ ਹੋ ਕੇ ਨਹਾ ਧੋ ਤੇ ਆਵਾਂਗੇ ਜੀ। ਸਾਰਿਆਂ ਨੂੰ ਕਿਹਾ ਚਲੋ ਚੱਲੀਏ ਆਪਾਂ ਘਰਾਂ ਨੂੰ, ਫਿਰ ਰਾਤ ਕੰਮ ਕਰਾਂਗੇ। ਇੱਕ ਪਾਣੀ ਜਾਂਦਾ ਤੇ ਜਾਵੇ ਵੀ ਏਸੀ ਸਾਈਵਾਲ ਹੈਗਾ ਸੀ। ਸਵੇਰੇ 12 ਵਜੇ ਆਏ ਨੇ, ਸੁਬਾਹ 12:30 ਵਜੇ ਆਏ ਨੇ। ਉਹ ਵੀ ਅਸੀਂ ਇੰਤਜ਼ਾਮੀਆਂ ਨੂੰ ਬਾਰ-ਬਾਰ ਕਾਲ ਕਰਕੇ ਬੁਲਾਇਆ ਜੀ, ਬੁਲਾਉਂਦੇ ਰਹੇ। ਤੇ ਇਹ ਹੁਣ ਸਾਡਾ ਕਸੂਰ ਇਹ ਹੀ ਹੈ ਵੀ ਅਸੀਂ ਪੰਜਾਬ ਵਿੱਚ ਹੈਗੇ ਰਹਿਣ ਵਾਲੇ ਆ, ਅਸੀਂ ਆਦੀ ਹੱਕ ਲਾਲ ਦੀ ਮਿਹਨਤ ਕਰਦੇ ਪਏ ਆ। ਅਸੀਂ ਪਾਕਿਸਤਾਨ ਦੇ ਕਿਸਾਨ ਹੈ, ਪਾਕਿਸਤਾਨ ਦੇ ਲੋਕਾਂ ਵਾਸਤੇ, ਪਾਕਿਸਤਾਨ ਦੀ ਆਵਾਮ ਵਾਸਤੇ, ਪਾਕਿਸਤਾਨ ਦੀ ਫੌਜ ਵਾਸਤੇ, ਪਾਕਿਸਤਾਨ ਦੇ ਅਦਾਰਿਆਂ ਵਾਸਤੇ ਅਸੀਂ ਜਿਹੜਾ ਰਿਜ਼ਕ ਹੈ ਜਿਹੜਾ ਨਾ ਜੀ ਉਹ ਪੈਦਾ ਕਰ ਰਹੇ ਹਾਂ। ਔਰ ਸਾਨੂੰ ਤਜ਼ਲੀਲ ਕੀਤੀ ਜਾਂਦੀ ਪਈ ਹੈ, ਸਾਨੂੰ ਬਦਹਾਲ ਕੀਤਾ ਜਾਂਦਾ ਪਿਆ ਹੈ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਜਿਹੜੇ ਵੋਟ ਲੈ ਕੇ ਲੋਕ ਗਏ ਨੇ ਉਹਨਾਂ ਕੋਲ ਪੁੱਛਿਆ ਕੋਈ ਆਇਆ ਇੱਥੇ ਤੁਹਾਡੇ ਕੋਲ? ਦੂਸਰੇ ਨੇ ਫੋਨ ਕੀਤਾ ਆਂਦੇ ਕਿੱਥੋਂ ਟੁੱਟੀ ਸਾਨੂੰ ਪਤਾ, ਸਾਡੀ ਐਮਪੀ ਮੈਨੂੰ ਨਹੀਂ ਪਤਾ, ਤੇ ਵੋਟਾਂ ਦੀ ਵਾਰੀ ਉਹਨਾਂ ਬਾਅਦ ਪਤਾ ਲੱਗ ਜਾ ਸਾਡੇ ਭਲਕੇ ਦਾ ਫਲਣਾ ਪਤਾ ਫਲਾਣੇ ਘਰ ਫਲਾਣੇ। ਤੁਸੀਂ ਵੋਟ ਦੇਣ ਲੱਗੇ ਸੋਚਿਆ ਨਾ, ਸੋਚਨੇ ਵੀ ਬਣਾ ਲਓ ਸਾਰਾ ਹਿਸਾਬ ਕਿਤਾਬ ਵੀ ਆਜੋ ਭਾਈ, ਆਜੋ ਹਿਸਾਬ ਕਿਤਾਬ ਸਾਰਾ ਬਣਾ ਲੈਣੇ ਨਾ ਵੀ ਸਾਡਾ ਨੁਕਸਾਨ ਹੈ। ਤੁਸੀਂ ਪੁੱਛਣ ਵਾਸਤੇ ਵੀ ਨਹੀਂ ਆਏ। ਤੇ ਮੈਂ ਦੋਸਤਾਂ ਦਾ ਬੜਾ ਮਸ਼ਕੂਰ ਹਾਂ, ਸਾਰੇ ਦੋਸਤਾਂ ਦਾ। ਮੀਆਂ ਸਾਹਿਬ ਵੀ ਸਾਡੇ ਨਾਲ, ਮਸੂਦ ਜਮਾਲ ਸਾਹਿਬ ਵੀ ਸਾਡੇ ਨਾਲ ਨੇ, ਇਹ ਵੀ ਸਿਆਸੀ ਵਰਕਰ ਹੈ, ਆਪਣਾ ਸਮਾਜੀ ਵਰਕਰ ਹੈਗੇ ਨੇ। ਅਸੀਂ ਸਾਰੇ ਦੋਸਤ ਖੜੇ ਹਾਂ। ਅਸੀਂ ਨਾ ਕੋਈ ਪੁਆਇੰਟ ਸਕੋਰ ਕਰਨਾ ਚਾਹੁੰਦੇ ਹਾਂ, ਨਾ ਅਸੀਂ ਕੋਈ ਇੱਥੇ ਕਿਸੇ ਪਾਰਟੀ ਦੀ ਤਸ਼ਹੀਰ ਕਰਨਾ ਹੈ। ਅਸੀਂ ਕਹਿੰਦੇ ਹਾਂ ਜੋ ਨੁਮਾਇੰਦੇ ਆ, ਨੁਮਾਇੰਦਿਆਂ ਦਾ ਹੱਕ ਤੁਸੀਂ ਅਦਾ ਕਰੋ, ਹੱਕ ਪੂਰਾ ਕਰੋ, ਆਵਾਜ਼ ਅੱਗੇ ਤੱਕ ਪਹੁੰਚਾਓ। ਜੋ ਇੱਥੇ ਨਿਜ਼ਾਮੀਆ ਹੈ ਉਹ ਆਦਾ ਫਰਜ਼ ਅਦਾ ਕਰੇ। ਕਿਸ ਗੱਲ ਦੀ ਤੁਸੀਂ ਤਨਖਾਹਾਂ ਲੈ ਰਹੇ ਹੋ? ਤੁਸੀਂ ਜਿਹੜੇ 2-2 ਕਰੋੜ ਦੇ ਡਾਲੇ ਲਈ ਫਿਰਦੇ ਹੋ, 4-4 ਲੱਖ ਰੁਪਇਆ ਤੁਸੀਂ ਲੈ ਕੇ ਬੈਠੇ ਹੋ ਏਸੀ ਚਲਾ ਕੇ ਆਦੇ ਦਫ਼ਤਰਾਂ ਦੇ ਵਿੱਚ, ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਆਵਾਮ ਦਾ ਕੀ ਹਾਲ ਹੈ। ਕੋਈ ਬੰਦਾ ਇੱਥੇ ਆਇਆ, ਇਸ ਮਕਈ ਦੇ ਵਿੱਚ ਦੱਸੋ ਸਾਨੂੰ ਕੀ ਮਿਲੇਗਾ? ਇਸ ਮਕਈ ਦਾ ਤੁਸੀਂ ਕਰੋ ਇੱਥੇ, ਦੱਸੋ ਸਾਨੂੰ ਕੀ ਮਿਲੇਗਾ? ਗੰਦਮ ਜਿਹੜੀ ਤੁਸੀਂ ਸਾਡੀ ਰੋਲ ਦਿੱਤੀ ਹੈ, 7000 ਰੁਪਏ ਦਾ ਇੰਟਰਨੈਸ਼ਨਲ ਰੇਟ ਹੈ ਗੰਦਮ ਦਾ, ਤੁਸੀਂ ਸਾਡੇ ਕੋਲ 3500 ਤੋਂ ਘੱਟ ਲੈ ਰਹੇ ਹੋ। 3500 ਤੋਂ ਉੱਤੇ ਜਿਹੜਾ ਬੰਦਾ ਗੱਲ ਕਰੇ ਤੁਸੀਂ ਕਹਿੰਦੇ ਨੇ ਪਰਚਾ ਦੇ ਦਿਓ। ਤੁਸੀਂ ਰਹਿਣ ਦਿੰਦੇ ਹੋ ਕਿ ਨਹੀਂ? ਰਾਤ ਦੇ ਤੁਸੀਂ ਦੱਸੇ ਪੁੱਛੇ ਬਗੈਰ ਰਾਤੀ 14-15 ਰੁਪਏ ਪੈਟਰੋਲ ਤੇ ਡੀਜ਼ਲ ਫਿਰ ਵਧਾ ਦਿੱਤਾ। ਨਾ ਥੋੜਾ ਲੈਣਾ, ਨਾ ਥੋੜਾ ਦੇਣਾ, ਨਾ ਤੂੰ ਜੰਗ ਦੇ ਵਿੱਚ ਉਵੇਂ ਤੂੰ ਚੌਧਰੀ ਬਣ ਕੇ ਸਾਲਸੀ ਕਰਦੇ ਫਿਰਦੇ ਹੋ। ਤੁਹਾਡੇ ਆਦੇ ਆਵਾਮ ਭੁੱਖੇ ਮਰਦੇ ਫਿਰਦੇ, ਤੁਸੀਂ ਅਗਾ ਉਹਨਾਂ ਦੀ ਸਾਲਸੀ ਕਰਨ ਲੱਗੇ ਹੋਏ ਹੋ। ਤੁਸੀਂ ਜਾਣ ਦੱਸੋ ਮੈਨੂੰ ਕਿੱਥੇ ਤੁਹਾਡੇ ਇਰਾਨ ਨੇ ਰੋਕਿਆ ਹੈ? ਤੁਹਾਡੇ ਜਹਾਜ਼ ਰੋਕੇ ਨੇ ਜਾਂ ਸਊਦੀ ਰੋਕੇ ਨੇ ਜਾਂ ਕਿੰਨਾ ਰੋਕੇ ਨੇ? ਤੁਸੀਂ ਲੈਂਦੇ ਪਏ ਗੈਸ ਲੈ ਰਹੇ ਹੋ, ਜਿਹਨਾਂ ਕੋਲ ਤੁਸੀਂ ਡੀਜ਼ਲ ਲੈ ਰਹੇ ਹੋ, ਪੈਟਰੋਲ ਲੈ ਰਹੇ ਹੋ। ਕਿਸੇ ਬੰਦੇ ਰੋਕਿਆ? ਸਾਨੂੰ ਪਤਾ ਹੈ ਵੀ ਜਹਾਜ਼ ਸਾਡੇ ਤੇ ਹਮਲਾ ਹੋਇਆ, ਸਾਡਾ ਕੋਈ ਜਹਾਜ਼ ਰੁਕ ਗਿਆ? ਰੁਕਾ ਹੀ ਨਹੀਂ। ਤੁਹਾਡੇ ਕੋਲ ਵਾਫਰ ਮਕਦਾਰ ਚੀਜ਼ਾਂ ਪਈਆਂ ਨੇ, ਤੁਸੀਂ ਆਵਾਮ ਨੂੰ ਹਲਾਲ ਕਰਨ ਤੇ ਤੁਲੇ ਹੋਏ ਹੋ। ਖੁਦਾ ਦਾ ਨਾਂ ਜੇ ਇਹ ਅਸੀਂ ਤਾਂ ਸ਼ਰੀਫ ਆਦਮੀ ਹੈ, ਅਸੀਂ ਪੰਜਾਬ ਦੇ ਰਹਿਣ ਵਾਲੇ ਲੋਕ ਹੈਗੇ, ਅਸੀਂ ਇੱਜ਼ਤਾਂ ਦੇ ਲੋਕ ਹੈਗੇ ਆ, ਅਸੀਂ ਇੱਜ਼ਤ ਕਰਨੇ ਆ, ਇੱਜ਼ਤ ਕਰਾਣੇ ਆ। ਲੇਕਿਨ ਅਸੀਂ ਕਿਸੇ ਨੂੰ ਹੱਕ ਨਹੀਂ ਦੇਵਾਂਗੇ ਵੀ ਸਾਡੇ ਤੁਸੀਂ ਗਿਰਬਾਨ ਤੱਕ ਪਹੁੰਚ ਜਾਓ।
ਹੁਣ ਤੁਹਾਨੂੰ ਸਾਡੇ ਬੱਚਿਆਂ ਦੇ ਦਾ ਖਾਣ ਪੀਣ ਦਾ ਸਾਡੇ ਕੋਲ ਰਿਜ਼ਕ ਨਹੀਂ ਹੈਗਾ, ਅਗਲੀ ਫਸਲ ਕਰਨ ਵਾਸਤੇ ਸਾਡੇ ਕੋਲ ਖਾਦ ਦਵਾਈ ਦੇ ਪੈਸੇ ਨਹੀਂ ਹੈਗੇ, ਲੇਕਿਨ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ। ਤੁਸੀਂ ਉੱਥੇ ਬੈਠੇ ਹੋ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਕਹਿੰਦੇ ਪਏ ਹੋ ਵੀ ਅਸੀਂ ਜਾਣਾ ਜੀ ਪੈਟਰੋਲ ਵਧਾਤਾ, ਫਲਾਣਾ ਵਧਾਤਾ। ਇਹ 14 ਰੁਪਏ ਤੁਹਾਡੇ ਵਾਲਦ ਸਾਹਿਬ ਨੇ ਦੇਣੇ ਨੇ ਜੇ ਤੁਸੀਂ ਵਧਾਈ ਬੈਠੇ ਜੇ। ਤੇ ਦੁਨੀਆ 'ਚ ਹੈ ਹਮਸਾਏ ਸਾਰੇ ਮੁਲਕਾਂ ਦੇ ਵਿੱਚ 90 ਰੁਪਏ 85 ਰੁਪਏ ਡੀਜ਼ਲ ਹੈਗਾ, ਤੁਸੀਂ ਇੱਥੇ ਸਾਡੇ ਤਬਾਹੀ ਲਾਈ ਖਲੋਤੇ ਜੇ। 4000 ਦੀ ਡੀਏਪੀ, ਸਾਡੇ 16000 ਦੀ ਡੀਏਪੀ। ਇਹ ਤੁਸੀਂ ਪੈਰਾਫੋਰਸ ਬਣਾਈ ਹੈ, ਦੋ ਉਹਨਾਂ ਨੂੰ ਤੁਸੀਂ ਕਰੋੜ ਦੇ ਡਾਲੇ ਦਿੱਤੇ ਹੋਏ ਨੇ। ਉਹ ਜਾਂਦੇ ਨੇ ਜਾ ਕੇ ਸਬਜ਼ੀਆਂ ਕੋ ਪੁੱਛਦੇ ਨੇ ਜਾ ਕੇ ਵੀ ਸਬਜ਼ੀ ਰੇਟ ਕੀ ਆ, 1 ਰੁਪਿਆ 2 ਰੁਪਏ, ਉਹਨੂੰ ਫੜ ਕੇ ਤੁਸੀਂ ਅੰਦਰ ਦੇ ਦਿੰਦੇ ਹੋ। ਇਸ ਮੁਲਕ ਦੇ ਪ੍ਰਾਈਮ ਮਿਨਿਸਟਰ ਨੂੰ ਫੜ ਕੇ ਅੰਦਰ ਤੁਸੀਂ ਕਿਉਂ ਨਹੀਂ ਜਾਂਦੇ ਵੀ ਜਿਹੜਾ ਉੱਥੇ 400 ਰੁਪਏ 500 ਰੁਪਏ ਉਹਨੇ ਪੈਟਰੋਲ ਵਧਾਇਆ? ਕਿਉਂ ਵੀ ਗੱਲ ਠੀਕ ਹੈ ਕਿ ਨਹੀਂ? ਅਸੀਂ ਫੋਰਸ ਨੇ ਬਣਾਈ ਹੈ, ਜੇ ਅੰਦਰ ਮਾਰ ਦੇ ਦੱਸੋ ਸਾਨੂੰ ਜਵਾਬ ਦੇਵਣ ਇਹ ਮੁਲਕ ਵਾਲੇ। ਮਾਮਲੇਵਾਰੀ ਟੈਕਸ ਲਵਣ ਆ ਜਾਂਦੇ ਨੇ। ਅਸੀਂ ਫਿਰ ਬਿਲਕੁਲ ਨਹੀਂ ਕਰਾਂਗੇ। ਕੋਈ ਰਿਲੀਫ ਸਾਨੂੰ ਨਹੀਂ ਦੇ ਰਹੇ, ਅਸੀਂ ਡੁੱਬੇ ਪਏ, ਸਾਡੀ ਫਸਲਾਂ ਡੁੱਬੀਆਂ ਪਈਆਂ, ਸਾਡੇ ਆਲੂ ਪਹਿਲੇ ਨਹੀਂ ਗਏ। 5-6 ਘੰਟੇ ਸਫਾਈ ਤੇ ਇਹਨੇ ਕਰ ਇੰਤਜ਼ਾਮੀਆਂ ਨੂੰ 12-12 ਘੰਟੇ ਚੀਜ਼ ਸੁਣਦਾ ਪੈਣ। ਕਿਸਾਨਾਂ ਦਾ ਹਾਲ ਵੇਖ ਲੋ ਕੀ ਹੋਇਆ ਪਿਆ। ਇਹ ਜੋ ਸਾਡਾ ਜਾਤੀ ਹੋ ਰਹੀ ਹੈ ਦੁਨੀਆ ਦੀ ਕਿਸੇ ਮੁਲਕ ਇਹ ਨਹੀਂ ਹੋ ਰਹੀ ਤੇ ਸਾਡੀ ਇਹਨਾਂ ਨੇ ਇਲਤਜਾ ਹੈ ਸਾਨੂੰ ਇਹੀ ਨਾ ਮਾਰੋ। ਅਸੀਂ ਜਿਹੜੇ ਤੋਂ ਠੀਕ ਹੈ ਮੁਰਦਾ ਕੌਮ ਤਾਂ ਹੈਗੇ ਹੀ ਹੈ, ਲੇਕਿਨ ਸਾਨੂੰ ਤੁਸੀਂ ਜਾਣਦੇ ਲੋਚੋ ਨਾ, ਖਾਓ ਨਾ, ਆਰਾਮ ਨਾਲ ਹਰ ਬੰਦੇ ਨੂੰ ਪਤਾ ਹੌਲੀ ਹੌਲੀ ਤਰੀਕੇ ਨਾਲ ਸਾਨੂੰ ਤੁਸੀਂ ਲੁੱਟੋ, ਸਾਨੂੰ ਬਰਬਾਦ ਤੋਂ ਬਾਅਦ ਤੁਸੀਂ ਕਰਨਾ ਹੀ ਕਰਨਾ ਹੈ, ਉਹ ਕਰੋ। ਇਸ ਵਾਰ ਦੇਖਿਓ ਨਾ ਮਾਰੋ। ਅਸੀਂ 10 ਸੰਜੋਗੇ ਤੋਂ ਹੋਈਏ ਵੀ ਅਸੀਂ ਮਰਦੇ ਪਏ ਹਾਂ।